नौजवान लड़की का उसके शोहर और उसकी सास ने किया मुबैना तौर पर भयानक कत्ल। मेरी ਧੀ ਨੂੰ ਇਹਨਾਂ ਫੰਦਾ ਦੇ ਕੇ ਮਾਰਿਆ ਸ਼ਕੀਲਾ ਬੀਬੀ ਨੇ ਤੇ ਪੁੱਤਰ ਉਹਦੇ ਨੇ ਉਹਦਾ ਸ਼ੋਹਰ ਹੈ ਤੇ ਉਹਦੀ ਸੱਸ ਹੈ। ਮਾਰਦੇ ਕਿਉਂ ਸਨ ਜ਼ਿਆਦਾ ਕਿਸ ਗੱਲ ਤੋਂ? ਜਹੇਜ਼ ਤੋਂ ਤੂੰ ਇਹ ਚੀਜ਼ ਨਹੀਂ ਲੈ ਕੇ ਆਈ ਤੂੰ ਇਹ ਚੀਜ਼ ਤੇਰੀ ਹਾਲੀ ਨਹੀਂ ਆਈ ਸਾਨੂੰ। ਪੱਖੇ ਨਾਲ ਲਟਕੀ ਸੀ ਇਸ ਤਰ੍ਹਾਂ ਬਿਲਕੁਲ ਤੇ ਇਸ ਤਰ੍ਹਾਂ ਦੇ ਹੱਥ ਬੱਜੇ ਹੋਏ ਸੀ। ਮੈਂ ਖੁਦ ਦੇਖਿਆ ਇਹ ਜਗ੍ਹਾ ਤੇ ਤਾਰ ਖੁੱਬੀ ਹੋਈ ਹੈ, ਖੂਨ ਨਿਕਲਿਆ, ਅੰਦਰ ਵੀ ਖੂਨ ਦੇ ਕਤਰੇ ਡਿੱਗੇ ਹੋਏ ਸੀ। ਇਹ ਕਿਵੇਂ ਕਹਿਣ ਖੁਦਕਸ਼ੀ ਨਹੀਂ। ਇੱਥੇ ਨਿਸ਼ਾਨ ਸੀ ਬੱਚੀ ਦੇ ਬਾਜ਼ੂ ਤੇ ਸਨ, ਜਲੀ ਹੋਈ ਹੈ ਬੱਚੀ, ਇੱਥੇ ਤਾਰਾਂ ਖੁੱਬੀਆਂ ਹੋਈਆਂ, ਇਹ ਤਲੀ ਦੇ ਉੱਤੇ ਇਸਤਰੀ ਲੱਗੀ ਹੋਈ ਸੀ, ਨਿਸ਼ਾਨ है। जब गुसल दिया मैं भी उस वक्त करीब ही थी, मगर मोहल्लेदारों ने हमें पीछे कर दिया। कहते आप देख नहीं सकोगे, अगर देख लिया तो सो नहीं सकोगे, चैन नहीं आएगा। जहाँ ये कह रहे हैं कि फांसी ली उस बच्ची ने, वहाँ फांसी हो ही नहीं सकती। उसकी लंबाई हाइट ही इतनी नहीं कि बंदा खुद लमक जाए उधर। लाहौर में पेश आया दिल दहला देने वाला वाकया। जवान साला लड़की की मिली कमरे में पंखे के साथ लटकी लाश। ससुरालियों के बकौल लड़की ने खुदकुशी की, लेकिन लड़की के लवाहिकीन ने लगाया सास और अपने दामाद यानी कि लड़की के शोहर पर कत्ल का इल्जाम और किए दिल दहला देने वाले इंकशाफात। कैसे मांगा गया लड़की का रिश्ता, कैसे शुरू हुई उस मासूम लड़की पर जुल्म की शुरुआत, क्या था जालिम शोहर का माजी, लड़की की लाश की क्या थी हालत, हकीकत थी खौफनाक। आज जुर्म बेनकाब में देखिए। ਜਿੱਦਣ ਆ ਫੌਤਗੀ ਇਹਨਾਂ ਕੀਤੀ ਏ ਮੇਰੀ ਛੋਟਾ ਜਿਹਾ ਸਾਡੇ ਘਰ ਮਹਿਮਾਨ ਆਇਆ ਸੀ ਮੇਰਾ ਭਤੀਜਾ, ਉਹ ਮੈਨੂੰ ਭੱਜ ਕੇ ਜਾ ਕੇ ਕਹਿੰਦਾ ਫੁੱਫੋ ਆ ਨਾਲ ਦੇ ਘਰ ਬੜਾ ਰੌਲਾ ਪੈਣ ਡਿਆ। कि पहले भी शादी हुई थी, ठीक है। वो लड़की सिर्फ 2 माह इधर रही है, ठीक है। रात 12-1 बजे वो भी इधर से भाग के गई है। इन्होंने उस पर तशद्दुद किया, उसका बच्चा ज़ाया हो गया। ਫੰਦੇ ਤੋਂ ਉਹਨੇ ਲਾ ਕੇ ਥੱਲੇ ਲੰਮੇ ਪਾਇਆ, ਨਹੀਂ ਸਹੀ ਸੀ, ਉਹਦੀ ਨਬਜ਼ ਚੈੱਕ ਕਰਦਾ ਪਿਆ, ਉਹਨੂੰ ਕਦੀ ਇੱਧਰ ਹੱਥ ਲਾਉਂਦਾ, ਮੈਂ ਵੀ ਉਹਨੂੰ ਹੱਥ ਲਾਣੀ ਪਈ, ਮੈਂ ਉਹਦੇ ਮੂੰਹ 'ਚ ਪਾਣੀ ਗਰਮ ਜਲਦੀ ਨਹੀਂ ਪਾਇਆ। ਮੈਂ ਕਿਹਾ ਸ਼ਾਇਦ ਕੋਈ ਸਾਹ ਹੋਣ, ਔਰ ਕਹਿੰਦੇ ਪਏ ਨੇ ਸ਼ਾਇਦ ਇਹਦੇ ਸਾਹ ਹੋਣ ਕੋਈ, ਬਾਕੀ ਵਾਪਸ ਸ਼ਾਇਦ ਉੱਡ ਜੇ। ਮੈਂ ਕਿਹਾ ਪੁੱਤਰ ਉੱਡ ਜਾ, ਮੂੰਹ ਖੋਲ, ਪਾਣੀ ਪੀ ਲੈ। ਜਿਸਮ ਦੇ ਨਿਸ਼ਾਨ ਹਨ ਸਰ ਮਾਰ? ਹਾਂਜੀ, ਕਿਉਂਕਿ ਗੁਸਲ ਵੀ ਮੈਂ ਦਿੱਤਾ, ਤਸ਼ੱਦਦ ਦੇ ਵੀ ਨਿਸ਼ਾਨ ਹਨ। तशद्दुद ने हथ बन्ने सी। ये सारा इन्होंने तशद्दुद किया। उसका गले का देखिए कि इतना बारीक निशान है कि आप सोच भी नहीं सकते। वो एक बारीक सी तार से ना उसका गला दबाया है। इस वक्त टीम जुर्म बेनकाब मौजूद है उस घर में जिस पर बहुत बड़ी कयामत टूट चुकी है। एक मासूम बेटी को उसके ससुरालियों ने बकौल उस बेटी के वालिदैन के इतनी बेरहमी से कत्ल कर डाला और फिर खुदकुशी का ड्रामा रचाने की कोशिश की। इस वक्त हमारे साथ मौजूद हैं उस मासूम लड़की के वालिद जिस पर यह जुल्म का पहाड़ तोड़ा गया। सबसे पहले जी हमें बड़ा अफसोस है, कहना बड़ा आसान है लेकिन करना बड़ा मुश्किल है, लेकिन फिर भी अल्लाह ताला आपको सब्र अता करे। सर बताइए क्या मामला था, किन लोगों में आपने शादी की, शादी कब हुई, क्या वजूहात थी कि बात इस हद तक पहुंच गई? ਉਹਦੀ ਪਹਿਲੇ ਵੀ ਸ਼ਾਦੀ ਹੋਈ ਹੋਈ ਸੀ ਤੁਹਾਡੇ ਦਾਮਾਦ ਦੀ? ਹਾਂਜੀ ਹਾਂਜੀ, ਗੁਲਾਮ ਬਾਸ ਉਹਦਾ ਨਾਂ ਹੈ। ठीक है। ਤੇ ਉਸ ਤੋਂ ਬਾਅਦ 2 ਮਹੀਨੇ ਉਹਦੀ ਮੇਰੇ ਖਿਆਲ ਨਾਲ ਸ਼ਾਦੀ ਚੱਲੀ ਹੋਣੀ ਹੈ ਤੇ ਉਹ ਲੜਕੀ ਨੇ ਤਲਾਕ ਲੈ ਲਈ ਇਹਨਾਂ ਕੋਲੋਂ, ਕਿਉਂਕਿ ਉਹ ਤੇ ਵੀ ਤਸ਼ੱਦਦ ਸੁਣਿਆ ਹੀ ਕਰਦਾ। ਮੈਂ ਵੇਖਿਆ ਤਾਂ ਨਹੀਂ ਸੀ ਲੇਕਿਨ ਸੁਣਿਆ ਇਹੋ ਹੀ ਮਜੀਬ ਵਜ੍ਹਾ ਇਹੋ ਹੀ ਬਣੀ ਉਹਦੀ। अच्छा। ਤੇ ਉਸ ਤੋਂ ਬਾਅਦ ਉਹ ਜੇ ਤਲਾਕ ਲੈ ਕੇ ਚਲੇ ਗਏ ਤੇ ਉਹਦੀ ਮਾਂ ਨੇ ਇਹ ਜਾਂਦੇ ਉਹਨੂੰ ਇਹ ਬਦਦੁਆ ਦਿੱਤੀ ਸੀ ਵੀ ਮੈਂ ਨਹੀਂ ਵੇਖਾਂਗੀ ਤੈਨੂੰ ਜ਼ਮਾਨਾ ਵੇਖੇਗਾ। मां ने बदवा किदी मां ने ਕੁੜੀ ਦੀ बदवा ਮਾਂ ਨੇ ਤੈਨੂੰ ਉਹਨੂੰ ਬਦਦੁਆ ਦਿੱਤੀ, ਤੂੰ ਮੇਰੀ ਧੀ ਨਾਲ ਜ਼ਿਆਦਤੀ ਕੀਤੀ ਹੈ, ਮੈਂ ਨਾ ਵੇਖਾਂਗੀ ਤਾਂ ਤੈਨੂੰ ਜ਼ਮਾਨਾ ਵੇਖੇਗਾ। हाँ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ, ਮੈਂ ਘਰ ਆਪਣੇ ਬਹਿ ਗਿਆ, ਉਹ ਆਪਣੇ ਘਰ ਸਨ। ਇੱਕ ਦਿਨ ਉਹ ਆਈ ਮੇਰੇ ਘਰ ਆਪਣੇ ਪਿਓ ਨੂੰ ਨਾਲ ਲੈ ਕੇ। अच्छा। ਆਪਣੇ ਪਿਓ ਧੀ ਦੋਵੇਂ ਆਏ ਨੇ ਤੇ ਮੇਰੇ ਅੱਗੇ ਆਣ ਕੇ ਉਹਨਾਂ ਐਂ ਝੋਲੀ ਫੈਲਾ ਦਿੱਤੀ ਹੈ। अच्छा। ਤੇ ਮੈਨੂੰ ਆਂਦੇ ਨੇ ਬਾਬੂ ਅਸੀਂ ਤੇਰੇ ਘਰ ਆਏ ਆ ਤੇ ਤੂੰ ਸਾਡੀ ਝੋਲੀ ਖੈਰ ਪਾ ਦੇ। ਮੈਂ ਤਾਂ ਤੁਹਾਡੀ ਝੋਲੀ ਖੈਰ ਕੀ ਪਾਵਾਂ, ਇਹ ਤੇਰੀ ਧੀ ਦਾ ਰਿਸ਼ਤਾ ਲੈਣ। ਮੈਂ ਮੇਰੀ ਧੀ ਤੇ 8ਵੀਂ ਚਾਲੀ ਪੜ੍ਹਦੀ ਏ ਤੇ 9ਵੀਂ ਦੇ ਹੁਣ ਪੇਪਰ ਦੇਣ ਵਾਲੇ ਨੇ ਤੇ ਉਹਦੇ ਭਾਲੀ ਮੈਂ ਨਹੀਂ ਇਹ ਨਹੀਂ ਮੈਂ ਗੱਲ ਕਰ ਸਕਦਾ। ਇਹ ਨਹੀਂ ਤੂੰ ਬੇਫਿਕਰ ਹੋ ਜਾ, ਅਸੀਂ ਇਹਨੂੰ ਆਪ ਬਣਾਵਾਂਗੇ, ਤੈਨੂੰ ਇਹਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਮੇਰਾ ਪੁੱਤਰ ਸਾਰੀ ਰਾਤ ਰੋਂਦਾ ਰਹਿੰਦਾ ਤੇ ਉਹਦੀ ਪਹਿਲੀ ਸ਼ਾਦੀ ਜਿਹੜੀ ਉਹਦੀ ਵਜ੍ਹਾ ਨਾਲ ਤੇ ਮੇਰੀ ਪੁੱਤਰ ਦੇ ਤੇ ਰੋਂਦਾ ਤੇ ਤੂੰ ਚੱਲ ਉਹ ਆਰੇ ਲੱਗ ਜਾਏਗਾ ਮੇਰਾ ਪੁੱਤਰ।
ਤੇ ਤੂੰ ਸਾਨੂੰ ਇਹ ਕਰ ਦੇ ਤੇ ਇਹਦੇ ਪੇਪਰ ਵੀ ਮੈਂ ਆਪ ਦਵਾਵਾਂਗੀ, ਇਹਨੂੰ ਨਾਲ ਲੈ ਕੇ ਜਾਵਾਂ ਕਰਾਂਗੀ। ਅੱਛਾ, ਰਿਸ਼ਤੇ 'ਚ ਕੀ ਲੱਗਦੀ ਹੈ ਇਹਦੀ ਮੇਰੀ ਸੱਸ? ਭਰਜਾਈ ਹੈ, ਸਕੀ ਭਰਜਾਈ ਮੇਰੇ ਭਰਾ ਦੀ ਬੇਗਮ ਹੈ। ਅੱਛਾ, ਤੇ ਬੇਟਾ ਤੁਹਾਡੇ ਮੇਰਾ ਭਾਈ ਦਾ ਭਰਾ ਬੇਟਾ ਹੈ, ਤੁਹਾਡਾ ਸਕਾ ਹਾਂਜੀ, ਭਤੀਜਾ ਮੇਰਾ ਜਿਹਨੇ ਸਕਾ- ਤੁਹਾਡੀ ਬੇਟੀ ਨੂੰ ਬਕੌਲ ਹਾਂਜੀ, ਤੁਹਾਡੇ ਮਾਰਿਆ? ਹਾਂਜੀ, ਮੇਰਾ ਸਕਾ ਭਤੀਜਾ ਹੈ ਉਹ। ਅੱਛਾ, ਤੇ ਮੈਨੂੰ ਉਹਨੇ ਜਿਸਲੇ ਇਹ ਗੱਲਾਂ ਕੀਤੀਆਂ ਤੇ ਮੇਰੇ ਦਿਲ 'ਚ ਰਹਿਮ ਆ ਗਿਆ, ਮੈਂ ਹਾਂ ਕਰ ਬੈਠਾ। ਇਹ ਚੀਜ਼ਾਂ ਉਹਨੇ ਮੇਰੇ ਜਿਸਲੇ ਕਹੀਆਂ ਨਾ ਵੀ ਤੇਰੀ ਧੀ ਨਹੀਂ, ਇਹ ਮੇਰੀ ਧੀ ਹੈ, ਤੂੰ ਸਾਡੇ ਨਾਲ ਹਾਂ ਕਰ ਪਹਿਲੇ। ਤੇ ਮੈਨੂੰ ਜਿਸਲੇ ਉਹਨੇ ਕਿਹਾ ਪੜ੍ਹਨ ਪੜ੍ਹਾਉਣ ਦਾ ਮਾਮਲਾ ਜਿਹੜਾ ਨਾ ਇਹ ਮੇਰੇ ਘਰ ਵੀ ਪੜ੍ਹ ਸਕਦੀ, ਤੂੰ ਇਹ ਨਾ ਕਹੋ ਮੇਰੇ ਘਰ ਮੈਨੂੰ ਮੈਂ ਜਿੱਥੋਂ ਦੀ ਕਰੇ ਜੀ ਕਰੇਗਾ ਪੜ੍ਹੇਗੀ। ਜਿਸਲੇ ਮੈਂ ਹਾਂ ਸ਼ਾਦੀ ਦੀ ਘਰ ਬੈਠਾ ਨਾ ਤੇ ਮੇਰਾ ਖਿਆਲ ਹੈ ਉਹਨਾਂ ਮਹੀਨਾ ਨਹੀਂ ਕੱਢਿਆ ਜਾਂ 2 ਮਹੀਨੇ ਕੱਢ ਲਏ ਹੋਣਗੇ, ਬੜੇ ਕੱਢੇ ਹੋਣਗੇ। ਤੇ ਉਹਨਾਂ ਮੈਨੂੰ ਰਿਸ਼ਤਾ ਪੁੱਛਣਾ ਸ਼ੁਰੂ ਕਰਤਾ। ਮੈਂ ਕਿਹਾ ਮੈਂ ਹਾਲੇ ਨਹੀਂ ਕਰਨੀ, ਮੈਂ ਜੇ ਕਰਨੀ ਵੀ ਹੈ ਤੇ ਦੂਸਰੀ ਧੀ ਮੇਰੀ ਜਿਹੜੀ ਹੈ ਨਾ ਮੈਂ ਉਹਦਾ ਵੀ ਨਾਲ ਹੀ ਕਰਾਂਗਾ। ਮੇਰੇ ਕੋਲ ਹਾਲੇ ਗੁੰਜਾਇਸ਼ ਨਹੀਂ ਹੈਗੀ ਤੇ ਮੈਂ ਦੋਵਾਂ ਦਾ ਕੱਟ। ਮੈਨੂੰ ਇਸ ਬਣਾ ਸਵਾਰ ਕੇ ਆਂਦੀ ਏ ਬਾਊ ਤੂੰ ਸਾਨੂੰ ਕੱਖ ਵੀ ਨਾ ਦੇ, ਇੱਕ ਤੀਲਾ ਵੀ ਨਾ ਦੇ, ਤੂੰ ਸਾਨੂੰ ਸਿਰਫ ਕੁੜੀ 'ਚ 2 ਕੱਪੜਿਆਂ 'ਚ ਤੋਰ ਦੇ। ਅੱਛਾ, 2 ਕੱਪੜਿਆਂ 'ਚ ਤੂੰ ਤੁਹਾਡੀ ਭਰਜਾਈ ਉਹ ਕਹਿੰਦੀ ਹਾਂ ਹੈ? ਮੇਰੀ ਭਰਜਾਈ ਕਹਿੰਦੀ ਤੁਹਾਡੀ ਉਹ ਆਪਣੇ ਉਸ ਬੇਟੇ ਦਾ ਰਿਸ਼ਤਾ ਲੈਣ ਵਾਸਤੇ ਜਿਹਨੂੰ ਪਹਿਲਾਂ ਤਲਾਕ ਹੋ ਚੁੱਕੀ ਸੀ ਔਰ ਪਹਿਲੀ ਇੱਕ ਬੇਟੀ ਤੇ ਜ਼ੁਲਮ ਕਰਦਾ ਸੀ। ਉਸ ਤੋਂ ਬਾਅਦ 1 ਸਾਲ ਮੇਰੀ ਧੀ ਸਹੀ ਰਹੀ ਹੈ ਤੇ ਅੱਲਾ ਨੇ ਉਹਨੂੰ ਪੁੱਤਰ ਵੀ ਦੇ ਦਿੱਤਾ। ਤੇ ਪੁੱਤਰ ਦੇਣ ਤੋਂ ਬਾਅਦ ਮੇਰਾ ਖਿਆਲ ਹੈ ਕੋਈ 2 ਮਹੀਨੇ ਲਾ ਜਾਂ 4 ਮਹੀਨੇ ਲਾ ਲਓ ਖੁਸ਼ੀ ਨਾਲ ਕੱਢੇ ਹੋਣਗੇ। ਉਸ ਤੋਂ ਬਾਅਦ ਫਿਰ ਮਾਂ ਉਹਦੀ ਨੇ ਤੈਨੂੰ ਕੰਮ ਨਹੀਂ ਆਉਂਦੇ, ਤੈਨੂੰ ਆਟਾ ਗੁੰਨਣਾ ਨਹੀਂ ਆਉਂਦਾ। ਮੈਂ ਉਹਨੂੰ ਪਤਾ ਵੀ ਸੀ ਮੇਰੀ ਧੀ ਜਦੋਂ ਮੇਰੇ ਘਰ ਸੀ ਬੱਚੀ ਸੀ, ਪੜ੍ਹਦੀ ਵੀ ਸੀ ਔਰ ਤੁਸੀਂ ਚਾਹ ਵੀ ਨਹੀਂ ਸੀ ਕਿ ਜਲਦੀ ਸ਼ਾਦੀ ਕਰਾ ਔਰ ਜ਼ਬਰਦਸਤੀ ਸ਼ਾਦੀ ਕਰਾਈ ਗਈ। इस वक्त हमारे साथ मौजूद है जी वो दुखियारी माँ जो इस वक्त जिस कर्ब से गुजर रही है ना, उस दर्द उस कर्ब को सिर्फ वो माँ ही जान सकती है, या उस दर्द उस कर्ब को उसका वालिद जान सकता है। जुल्म करने वाले तो जुल्म कर लेते हैं जी दूसरों की बेटियां समझकर, लेकिन जिनकी अपनी जिगर के टुकड़े होते हैं ना ये बच्चे, उन पर जो गुजरता है, उन पर जो गुजरती है उस क़यामत का सिर्फ हाल वही जानते हैं। सबसे पहले जी हमें तो बहुत अफसोस है और अब यही कहेंगे अल्लाह आपको सब्र दे। क्या मामला था, इतने जालिम लोग थे, फिर भी आपको पहले आइडिया नहीं था, अंदाज़ा नहीं था कि इतना जुल्म करेंगी ये इसकी सास और आपकी जो बेटी का शोहर है इतने जालिम होंगे? नहीं सर जी, सानू कोई पता नहीं सी कि एडे जालम लोग ने, क्योंकि जिस वक्त तो रिश्ता लैन आए सी बड़ी मिठी जुबान लैके आए सन ते कहंदे सी असीं अल्लाह दे घरों हो के आए, साडे दिल बिल्कुल साफ ने। ते असीं भी कहा कि चलो असीं भी इंसान आ, मुसलमान है, अगर तुसीं दिल साफ करके आए जे ते असीं भी अपने दिल दा जेड़ा ना सारा बिल्कुल साफ करके ते फिर तुहानूं मिलांगे। जिस वक्त उन्होंने कर ली ये शादी, बाद च उन्होंने आस्ता आस्ता जेड़ा ना साडी बच्ची नाल ये जुल्म करने शुरू कर दिते ने। फिर भी बच्ची जिहड़ी है ना वो बर्दाश्त करदी रही है, असीं भी करदे रहे हैं नाल, ज़ाहिर आन के दसदी सी असीं भी बर्दाश्त करने सां उहदे नाल नाल। ਉਹੀ ਕਹਿੰਦੇ ਸਾਂ ਅਸੀਂ ਬਾਅਦ ਚ ਪਛਤਾਨੇ ਸਾਂ ਕਿ ਅਸੀਂ ਕੀ ਕਰ ਲਿਆ। किस गल तो ज्यादा ਤੁਹਾਡੀ बेटी ਤੇ ਜ਼ੁਲਮ ਕਰਦੇ ਹੈ? ਹਰ ਹਵਾਲੇ ਨਾਲ ਹੀ ਕਰਦੀ ਸੀ ਕਿ ਸਵੇਰ ਨੂੰ ਉੱਠ ਕੇ ਜਲਦੀ ਸਾਨੂੰ ਖਾਣਾ ਬਣਾ ਕੇ ਦੇ, ਸਾਨੂੰ ਕੱਪੜੇ ਟਾਈਮ ਨਾਲ ਧੋ ਕੇ ਦੇ, ਸਾਰੇ ਕੰਮ ਸਾਡੇ ਘਰ ਦੇ ਕਰਦੇ ਤੇ ਉਹ ਵੀ ਕਰਦੀ ਸੀ, ਬਰਦਾਸ਼ਤ ਕਰਦੀ ਰਹੀ ਹੈ, ਉਹਨੇ ਸਾਰਾ ਕੁਝ ਕਰਕੇ ਦਿੰਦੀ ਸੀ। ਉਮਰ ਕਿੰਨੀ ਸੀ ਬੇਟੀ ਦੀ ਤੁਹਾਡੀ ਜਿਸ ਟਾਈਮ ਸ਼ਾਦੀ ਹੋਈ ਉਹਦੀ? ਉਸ ਵਕਤ ਉਹਦੀ ਉਮਰ ਤਕਰੀਬਨ 16 ਸਾਲ ਹੈ ਸੀ। 16 ਸਾਲ, ਇਹ ਵੀ ਛੋਟੀ ਸੀ ਏਜ। ਹਾਂਜੀ, ਦੀ ਮਾਂ ਦੀ ਜਿੱਥੋਂ ਤੱਕ ਨਾ ਉਹਦੀ ਮਾਂ ਬਹੁਤ ਹੱਦ ਤੱਕ ਨਾ ਸ਼ੈਤਾਨਪਨ ਪੂਰਾ ਉਹਦੇ 'ਚ ਹੈ ਸੀ, ਔਰਤ 'ਚ ਜਾਗ ਗਿਆ ਸੀ। ਤੇਰੀ ਮਾਂ ਨੇ ਇਹ ਨਹੀਂ ਦਿੱਤਾ, ਤੇਰੀ ਮਾਂ ਨੇ ਚੀਜ਼ ਇਹ ਵੀ ਨਹੀਂ ਦਿੱਤੀ, ਤੈਨੂੰ ਇੰਨੇ ਕੱਪੜੇ ਨਹੀਂ ਦਿੱਤੇ, ਤੈਨੂੰ ਇਸ ਤਰ੍ਹਾਂ ਨਹੀਂ ਉਹਨੇ ਦਿੱਤਾ, ਤੇਰੇ ਉਹਨੇ ਕੰਨਾਂ 'ਚ ਨਹੀਂ ਕੋਈ ਵਾਲੀਆਂ ਬਣਾ ਕੇ ਸੋਨੇ ਦੀਆਂ ਪਾ ਕੇ ਦਿੱਤੀਆਂ ਤੈਨੂੰ। ਬੜੇ ਜੋ ਵੀ ਸੀ ਨਾ, ਯਾਨੀ ਉਹਨੂੰ ਚੀਜ਼ ਦੀ ਕਮੀ ਉਹ ਬੋਲਦੀ ਰਹਿੰਦੀ ਸੀ। ਤੁਹਾਡੇ ਰਿਸ਼ਤੇ ਜੇਠਾਣੀ ਲੱਗਦੀ ਸੀ ਨਾ? ਹਾਂਜੀ। ਦੇਵਰਾਨੀ ਤੁਸੀਂ ਉਹਦੇ ਦਰਾਣੀ ਲੱਗੇ, ਤੁਹਾਡੀ ਜਠਾਣੀ ਸੀ? ਹਾਂਜੀ, ਉਹ ਮੇਰੀ ਜਠਾਣੀ ਸੀ। ਅੱਛਾ, ਤਾਂ ਹਰ ਵੇਲੇ ਤਾਨੇ ਦਿੰਦੀ ਸੀ ਉਹ? ਹਰ ਵੇਲੇ ਤਾਨੇ ਦਿੰਦੀ ਸੀ। ਇੱਕ ਦੋ ਦਫਾ ਮੈਂ ਵੀ ਸਮਝਾਇਆ ਕਿ ਅਗਰ ਅਸੀਂ ਕਰ ਲਿਆ ਹੈ ਨਾ ਹੁਣ ਤੁਹਾਡੇ ਨਾਲ ਇਹ ਰਿਸ਼ਤਾ ਕਾਇਮ, ਤੇ ਥੋੜੀ ਅਕਲ ਕਰੋ, ਇਹ ਬੱਚੀ ਕੇ ਹੱਲੇ, ਇਹਨੂੰ ਮਾਂ ਬਣ ਕੇ ਸਮਝਾ ਕਿਸੇ ਟਾਈਮ, ਇਹਨੂੰ ਮਾਂ ਬਣ ਕੇ ਸੀਨੇ ਨਾਲ ਲਾਏਗੀ, ਇਹ ਪਿਆਰ ਦੇ ਨਾਲ ਤੇਰੀ ਬਣ ਜਾਏਗੀ। ਮੈਂ ਉਹਨੂੰ ਆਪ ਖੁਦ ਜਾ ਕੇ ਉਸ ਔਰਤ ਨੂੰ ਇੰਨੀ ਗੱਲ ਕਹੀ, ਮੈਂ ਕਿਹਾ ਬੱਚੀ ਹੈ ਤੇ ਜਿੱਥੇ ਤੱਕ ਰਹਿ ਗਈ ਚੀਜ਼ਾਂ ਦੀ ਗੱਲ, ਇਹ ਤੁਹਾਨੂੰ ਇਨਸ਼ਾਅੱਲਾ ਦੇਵਾਂਗੇ, ਚਾਹੇ ਅਸੀਂ ਆਸਤਾ ਆਸਤਾ ਹੀ ਦੇਵਾਂਗੇ।
ਤੇ ਲੇਕਿਨ ਇਸ ਵਕਤ ਜੋ ਮੁਲਕ ਦੇ ਹਾਲਾਤ ਨੇ, ਜੋ ਕਾਰੋਬਾਰ ਦੇ ਹਾਲਾਤ ਨੇ, ਸਾਡੇ ਕੋ ਨਹੀਂ ਸੀ ਇਸ ਵਕਤ ਉਹ ਦਿੱਤੀ ਜਾ ਸਕਦੀ ਇੱਕ ਮਸ਼ੀਨ ਵੀ, ਕਿਉਂਕਿ 10-11 ਰੋਜ਼ੇ ਤੱਕ ਬਿਲਕੁਲ ਕਾਰ ਫਾਰਗ ਬੈਠੇ ਰਹੇ। नौजवान लड़की का उसके शोहर और उसकी सास ने किया मुबैना तौर पर भयानक कत्ल। ਮੇਰੀ ਧੀ ਨੂੰ ਇਹਨਾਂ ਫੰਦਾ ਦੇ ਕੇ ਮਾਰਿਆ ਸ਼ਕੀਲਾ ਬੀਬੀ ਨੇ, ਤੇ ਪੁੱਤਰ ਉਹਦੇ ਨੇ, ਉਹਦਾ ਸ਼ੋਹਰ ਹੈ ਤੇ ਉਹ ਉਹਦੀ ਸੱਸ ਵੇ। ਮਾਰਦੇ ਕਿਉਂ ਸਨ ਜ਼ਿਆਦਾ, ਕਿਸ ਗੱਲ ਤੋਂ? ਜਹੇਜ਼ ਤੋਂ ਤੂੰ ਇਹ ਚੀਜ਼ ਨਹੀਂ ਲੈ ਕੇ ਆਈ, ਤੂੰ ਇਹ ਚੀਜ਼ ਤੇਰੀ ਹਾਲੀ ਨਹੀਂ ਆਈ ਸਾਨੂੰ। ਪੱਖੇ ਨਾਲ ਲਟਕੀ ਸੀ ਇਸ ਤਰ੍ਹਾਂ ਬਿਲਕੁਲ, ਤੇ ਇਸ ਤਰ੍ਹਾਂ ਦੇ ਹੱਥ ਬੱਜੇ ਹੋਏ ਸੀ। ਮੈਂ ਖੁਦ ਦੇਖਿਆ ਇਹ ਜਗ੍ਹਾ ਤੇ ਤਾਰ ਖੁੱਬੀ ਹੋਈ ਹੈ, ਖੂਨ ਨਿਕਲਿਆ, ਅੰਦਰ ਵੀ ਖੂਨ ਦੇ ਕਤਰੇ ਡਿੱਗੇ ਹੋਏ ਸੀ। ਇਹ ਕਿਵੇਂ ਕਹਿਣ ਖੁਦਕਸ਼ੀ ਨਹੀਂ, ਇੱਥੇ ਨਿਸ਼ਾਨ ਸੀ ਬੱਚੀ ਦੇ ਬਾਜ਼ੂ ਤੇ ਸਨ, ਜਲੀ ਹੋਈ ਹੈ ਬੱਚੀ, ਇੱਥੇ ਤਾਰਾਂ ਖੁੱਬੀਆਂ ਹੋਈਆਂ, ਇਹ ਤਲੀ ਦੇ ਉੱਤੇ ਇਸਤਰੀ ਲੱਗੀ ਹੋਈ ਸੀ, ਨਿਸ਼ਾਨ है। जब गुसल दिया मैं भी उस वक्त करीब ही थी, मगर मोहल्लेदारों ने हमें पीछे कर दिया, कहते आप देख नहीं सकोगे, अगर देख लिया तो सो नहीं सकोगे, चैन नहीं आएगा। जहाँ ये कह रहे हैं कि फांसी ली उस बच्ची ने, वहाँ फांसी हो ही नहीं सकती। उसकी लंबाई हाइट ही इतनी नहीं कि बंदा खुद लमक जाए उधर। अपनों ने ही ढाया अपनों पर जुल्म। देवरानी ने जेठानी की बेटी का अपने बेटे के लिए हाथ मांगा, जिसके बाद जहेज ना देने के तानों का सिलसिला शुरू हो गया और बात बढ़ते बढ़ते तशद्दुद तक जा पहुंची और इस तशद्दुद का भयानक इख्तिताम हुआ। तशद्दुद दा सिलसिला ने कदों शुरू किया मारन दा? ਤਸ਼ੱਦਦ ਦਾ ਇਹ ਰੋਜ਼ੇ ਜਿਹੜੇ ਗਏ ਨੇ ਨਾ, ਇਹ ਤੋਂ ਜ਼ਿਆਦਾ ਹੋਇਆ ਇਹ ਜਿਹੜੇ ਪਿਛਲੇ ਰੋਜ਼ੇ ਜਿਹੇ ਨੇ। ਮਾਰਦੇ ਕਿਉਂ ਸਨ ਜ਼ਿਆਦਾ, ਕਿਸ ਗੱਲ ਤੋਂ? ਇਹ ਜਹੇਜ਼ ਤੋਂ ਤੂੰ ਇਹ ਚੀਜ਼ ਨਹੀਂ ਲੈ ਕੇ ਆਈ, ਤੂੰ ਇਹ ਚੀਜ਼ ਤੇਰੀ ਹਾਲੀ ਨਹੀਂ ਆਈ ਸਾਨੂੰ। ਤੇ ਹੁਣ ਐਂਡ ਤੇ ਆਇਆ ਸੀ, ਮੈਨੂੰ ਜਦੋਂ ਪਤਾ ਲੱਗਾ ਨਾ, ਉਹਨਾਂ ਕਿਹਾ ਜੀ ਇਹ ਸਿਲਾਈ, ਮੈਨੂੰ ਬੇਗਮ ਨੇ ਕਿਹਾ ਉਹ ਸਿਲਾਈ ਮਸ਼ੀਨ ਧੀ ਨੂੰ ਤੇ ਮੰਗਦੀ ਪਈ ਹੈ ਤੇ ਦੇ ਦੇ। ਮੈਂ ਉਹ ਰੋਜ਼ੇ ਸਨ ਤੇ ਮੇਰਾ ਬਿਲਕੁਲ ਹੀ ਕੰਮ ਬੰਦ ਹੋਇਆ ਸੀ। ਯਾਨੀ ਕਿ ਇਹ ਵੀ ਸਿਲਾਈ ਮਸ਼ੀਨ ਦੀ ਡਿਮਾਂਡ ਤੁਹਾਨੂੰ ਲੱਗ ਰਹੀ ਹੈ ਉਹਦੀ ਤਰਫੋਂ ਹੀ ਹੋਏਗੀ, ਤੁਹਾਡੀ ਜਿਹੜੀ ਸੱਸ ਵੱਲੋਂ, ਸੱਸ ਬੇਟੀ ਦੀ ਉਹਨੇ ਕਿਹਾ ਹੈ ਕਿ ਉਹਨੇ ਕਿਹਾ ਹੈ ਸਿਲਾਈ ਮਸ਼ੀਨ ਤੇ ਆ। ਸਾਰਾ ਮਾਮਲਾ ਤੁਸੀਂ ਦੱਸੋ, ਇਹ ਜਿਸ ਦਿਨ ਤੁਹਾਨੂੰ ਤੁਹਾਡੀ ਬੇਟੀ ਦੀ ਮੌਤ ਦੀ ਇਤਲਾਹ ਕਿਸ ਤਰ੍ਹਾਂ ਦਿੱਤੀ ਇਹਨਾਂ ਨੇ, ਤੁਹਾਨੂੰ ਸ਼ੱਕ ਕਿਸ ਤਰ੍ਹਾਂ ਆਇਆ ਕਿ ਬਕੌਲ ਤੁਹਾਡੇ ਕਿ ਉਹ ਤੁਹਾਡੀ ਬੇਟੀ ਨੂੰ ਕਤਲ ਕੀਤਾ ਗਿਆ? ਸਰ ਜਿਸ ਵਕਤ ਦੁਪਹਿਰ ਦਾ 1 ਵਜੇ ਦਾ ਟਾਈਮ ਸੀ, ਉਹਨਾਂ ਦੀ ਬੇਟੀ ਮੈਨੂੰ ਬੁਲਾਉਣ ਆਈ ਹੈ। ਉਹ ਕਹਿੰਦੀ ਚਾਚੀ ਸਾਡੇ ਘਰ ਆਓ। ਮੈਂ ਉਧਰ ਗਈ ਆ, ਉਹ ਮਾਂ ਬੇਟੀ ਬੈਠੀਆਂ ਸਨ, 2 ਜਾਣੀਆਂ ਉੱਥੇ ਚਾਰਪਾਈ ਤੇ, ਬੱਚੇ ਨੂੰ ਉਹਨਾਂ ਨੇ ਝੂਲੀ 'ਚ ਲਟਾਇਆ ਹੋਇਆ ਸੀ ਆਪਣੇ ਕੋਲ, ਛੋਟੇ ਉਹਦੇ ਨੂੰ। ਤੇ ਉਹਦਾ ਮੀਆਂ ਜਿਹੜਾ ਨਾ ਪੱਖੇ ਦਾ ਦੀਵਾਰ ਦੇ ਨਾਲ ਪੱਖਾ ਕੱਸਦਾ ਪਿਆ, ਸੋਲਰ ਵਾਲਾ। ਤੇ ਮੈਂ ਗਈ ਆ, ਉਹਨੇ ਮੈਨੂੰ ਸਲਾਮ ਦੁਆ ਕੀਤੀ ਹੈ, ਨਾ ਉਹਨਾਂ ਨੇ ਕੁਛ ਮੈਨੂੰ ਬੁਲਾਇਆ ਹੈ। ਤੇ ਇੰਨਾ ਗੱਲ ਕਹਿੰਦਾ ਉੱਤੇ ਜਾਓ, ਜਾ ਕੇ ਤੇ ਵੇਖੋ ਉਹਨੂੰ ਉਹ ਕਦੋਂ ਦੀ ਕਮਰੇ 'ਚ ਬੰਦ ਹੈ। ਤੇ ਮੈਂ ਉੱਤੇ ਚਲੀ ਗਈ ਹਾਂ ਛੱਤ ਤੇ। ਮੈਨੂੰ ਕਹਿੰਦੇ ਨੇ ਕਿ ਦਰਵਾਜ਼ਾ ਉਹਨੇ ਬੰਦ ਕੀਤਾ ਹੈ। ਉਹ ਦਰਵਾਜ਼ਾ ਜਿਸ ਤਰ੍ਹਾਂ ਦੇ ਲੋਕ ਜੇ ਚੱਲਦੇ ਪਏ ਨੇ ਅੱਜ ਕੱਲ੍ਹ, ਮੈਂ ਦਰਵਾਜ਼ਾ ਵਜਾਉਂਦੀ ਰਹੀ ਹਾਂ। ਯਕੀਨ ਜਾਣੋ ਕਿ ਮੈਂ 1 ਵਜੇ ਦੀ ਗਈ ਸਾਂ। ਦਰਵਾਜ਼ਾ ਐਸਾ ਸੀ ਕਿ ਅੰਦਰੋਂ ਵੀ ਬੰਦ ਹੋ ਸਕਦਾ ਸੀ ਤੇ ਬਾਹਰੋਂ ਵੀ ਹੋ ਸਕਦਾ ਸੀ? ਹਾਂਜੀ। ਅੱਛਾ, ਠੀਕ ਹੈ। ਦੋਨੋਂ ਤਰ੍ਹਾਂ ਹੀ ਉਹਨੂੰ ਲਾ ਕੇ ਗਏ ਨੇ। ਤੇ ਮੈਂ ਦਰਵਾਜ਼ਾ ਵਜਾਉਂਦੀ ਰਹੀ ਹਾਂ, ਨਹੀਂ ਉਹ ਬੋਲੀ। ਜਿਸ ਵਕਤ ਜ਼ੋਹਰ ਦੀ ਅਜ਼ਾਨ ਸ਼ੁਰੂ ਹੋਈ ਹੈ ਨਾ, ਮੈਂ ਫਿਰ ਵਾਪਸ ਨੀਚੇ ਆਈ ਹਾਂ। ਮੇਰਾ ਹਲਕ ਬੜਾ ਖੁਸ਼ ਹੋਇਆ, ਮੇਰੇ ਨਾ ਦਿਲ ਨੂੰ ਬੜੀ ਪਤਾ ਨਹੀਂ ਕਿਉਂ ਪਰੇਸ਼ਾਨੀ ਲੱਗੀ ਸੀ। ਤੇ ਥੱਲੇ ਆਈ ਹਾਂ, ਉਹ ਬੈਠੀਆਂ ਨੇ ਬੜੇ ਆਰਾਮ ਨਾਲ। ਉਹਨਾਂ ਦਾ ਕੂਲਰ ਪਿਆ ਸੀ ਪਾਣੀ ਵਾਲਾ, ਮੈਂ ਜਲਦੀ ਨਾਲ ਗਲਾਸ ਫੜਿਆ, ਮੈਂ ਪਾਣੀ ਪਾਇਆ, ਮੈਂ ਪੀਤਾ ਹੈ ਉੱਥੇ ਬੈਠ ਕੇ। ਮੈਂ ਆਪਣੇ ਦਿਲ ਨੂੰ ਫਿਰ ਤਸੱਲੀ ਦਿੱਤੀ ਹੈ। ਫਿਰ ਮੈਂ ਕਿਹਾ ਕੋਈ ਲੜਾਈ ਝਗੜਾ ਹੋਇਆ ਜੇ, ਘਰ ਹੈ ਤੂੰ, ਕੋਈ ਬੋਲੇ ਜੇ, ਕੋਈ ਮਾਰ ਤਸ਼ੱਦਦ ਕੀਤਾ ਜੀ ਉਹਦੇ ਤੇ? ਨਹੀਂ ਅਸੀਂ ਕੁਛ ਨਹੀਂ ਕੀਤਾ, ਅਸੀਂ ਕੁਛ ਨਹੀਂ ਕੀਤਾ। ਮੈंने 2-3 ਲਫਾਜ਼ ਬੋਲ ਕੇ ਮੈਂ ਫਿਰ ਵਾਪਸ ਚਲ ਗਈ ਛੱਤ ਤੇ। ਫਿਰ ਮੈਨੂੰ ਕਿਹਾ ਪੁੱਤਰ ਹੁਣ ਅਜ਼ਾਨਾਂ ਹੁੰਦੀਆਂ ਵੀ, ਅਗਰ ਤੂੰ ਅੰਦਰ ਹੈ ਤਾਂ ਮੈਨੂੰ ਆਵਾਜ਼ ਦੇ, ਕਿਹੜੀ ਵੀ ਗੱਲ ਹੈ, ਕਿਸੇ ਕਿਸਮ ਦਾ ਮਸਲਾ ਹੈ ਪੁੱਤਰ ਦੱਸ, ਮੈਂ ਆਈ ਹਾਂ। ਤੇ ਲੇਕਿਨ ਉਹ ਜ਼ਾਹਰ ਮੌਜੂਦ ਹੁੰਦੀ ਤੇ ਮੈਨੂੰ ਕੋਈ ਆਵਾਜ਼ ਵੀ ਦਿੰਦੀ ਉਸ ਵਕਤ। ਉਹਦਾ ਮੀਆਂ ਫਿਰ ਆਇਆ ਛੱਤ ਤੇ। ਉਹਨੇ ਆਣ ਕੇ ਪਤਾ ਨਹੀਂ ਉਹਦੇ ਹੱਥ 'ਚ ਕੀ ਸੀ, ਕੋਈ ਤਾਰ ਸੀ ਜਾਂ ਤੀਲਾ ਸੀ, ਮੈਨੂੰ ਨਹੀਂ ਪਤਾ। ਮੈਂ ਦਰਵਾਜ਼ੇ ਲਾਗੇ ਹੀ ਖੜੀ ਸਾਂ। ਉਹਨੇ ਇਸ ਤਰ੍ਹਾਂ ਪਰਦਾ ਨਾ, ਉਹ ਅੰਦਰੋਂ ਦੀ ਕਾਰ ਕਿਤੇ ਪਰਦਾ ਪਿੱਛੇ ਕੀਤਾ ਹੈ। ਉਹ ਜਿਸ ਵਕਤ ਬੋਲਿਆ ਨਾ, ਉਹ ਹੋਇਆ ਕੀ ਹੋ ਗਿਆ, ਮੈਂ ਸਮਝ ਗਈ ਕਿ ਇਹ ਕੰਮ ਫਿਰ ਨਾ ਜਿਹੜਾ ਕੁਛ ਹੋ ਗਿਆ।
ਮੈਨੂੰ ਤੇ ਉਸ ਟਾਈਮ ਨਾਲ ਫਿਰ ਬਸ ਅੱਜ ਕੋਈ ਹੋਸ਼ ਨਹੀਂ ਰਹੀ। ਮੈਂ ਵੀ ਉਂਝ ਪਰਦਾ ਫਿਰ ਪਿੱਛੇ ਕਰਕੇ ਇੱਕ ਦਫਾ ਵੇਖਿਆ ਜ਼ਰੂਰ। ਮੈਂ ਤੇ ਫਿਰ ਉੱਥੇ ਹੀ ਰੋਣਾ ਪਿੱਟਣਾ ਸ਼ੁਰੂ ਹੋ ਗਈ ਤੇ ਮੇਰਾ ਯਕੀਨ ਜਾਣੋ ਕਿ ਮੇਰਾ 10 ਮਿੰਟ ਲਈ ਤੇ ਮੇਰੇ ਬਿਲਕੁਲ ਹਵਾਸ ਹੀ ਨਹੀਂ ਆਏ ਹੈਗੇ। ਮੈਂ ਉਸ ਟਾਈਮ ਉੱਥੇ ਹੈ ਵੀ ਇਕੱਲੀ ਸਾਂ। ਜਿਸ ਵਕਤ ਉਹਨੇ ਸਾਡੀ ਦੋਵਾਂ ਦੀ ਆਵਾਜ਼ ਸੁਣੀ ਫਿਰ ਦੋਵਾਂ ਮਾਵਾਤੀਆਂ ਉੱਤੇ ਗਈਆਂ ਨੇ। ਫਿਰ ਉਹਨੇ ਮੁੰਡੇ ਨੇ ਕਿਹਾ ਨਹੀਂ ਹੁਣ ਤੇ ਹਲੇ ਉੱਤੇ ਆਈ ਸੀ, 20 ਮਿੰਟ ਹੋਏ ਨੇ, 10 ਮਿੰਟ ਹੋਏ ਨੇ, 15 ਮਿੰਟ ਹੋਏ ਨੇ। ਉਹ ਇਹੀ ਲਫ਼ਜ਼ ਬੋਲੀ ਗਏ ਨੇ, ਜਾਓ ਗ੍ਰੈਂਡਰ ਫੜੋ, ਇਹ ਕਰੋ ਉਹ ਕਰੋ। ਉਹਨਾਂ ਨੇ ਇਸ ਤਰ੍ਹਾਂ ਕਰਦਾ, ਮੈਂ ਤੇ ਇਸ ਤਰ੍ਹਾਂ ਬਸ ਦੀਵਾਰ ਦੇ ਨਾਲ ਪੱਥਰ ਬੰਨ ਕੇ ਤੇ ਲੱਗੀ ਰਹੀ ਹਾਂ। ਮੈਨੂੰ ਤੇ ਕੁਛ ਹੋਸ਼ ਨਹੀਂ ਰਿਹਾ ਕਿ ਇਹ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ। ਨਹੀਂ ਤੁਸੀਂ ਪਤਾ ਪਿੱਛੇ ਕੀਤਾ ਤਾਂ ਤੁਹਾਡੀ ਬੇਟੀ ਦੀ ਲਾਸ਼ ਪੱਖੇ ਨਾਲ ਲਟਕੀ ਪੱਖੇ ਨਾਲ ਲਟਕੀ ਸੀ ਇਸ ਤਰ੍ਹਾਂ ਬਿਲਕੁਲ, ਤੇ ਇਸ ਤਰ੍ਹਾਂ ਦੇ ਹੱਥ ਵੱਜੇ ਹੋਏ ਸੀ। ਹੱਥ ਵੀ ਬੰਨੇ ਸਨ? ਹਾਂਜੀ, ਮੇਰੇ ਕੋਲ ਦੁਪੱਟਾ ਇਸ ਟਾਈਮ ਮੌਜੂਦ ਹੈ ਜਿਹਦੇ ਨਾਲ ਉਹਦੇ ਹੱਥ ਵੱਜੇ ਹੋਏ ਸਨ ਤੇ ਸਿਰ ਦੇ ਵਾਲ ਉਹਦੇ ਇਸ ਤਰ੍ਹਾਂ ਖਿਲਰੇ ਹੋਏ ਬਿਲਕੁਲ। ਤੇ ਉਹਨੇ ਉਹਨੂੰ ਲਾਣਾ ਸ਼ੁਰੂ ਕਰ ਦਿੱਤਾ, ਯਾਨੀ ਉਤੋਂ ਫੰਦੇ ਤੋਂ ਲਾਣਾ ਸ਼ੁਰੂ ਕਰ ਦਿੱਤਾ ਹੈ। ਤੇ ਜਿਸ ਵਕਤ ਉਹ ਲਾਂਦਾ ਪਿਆ ਫੰਦੇ ਤੋਂ, ਉਹਨੇ ਲਾ ਕੇ ਥੱਲੇ ਲੰਮੇ ਪਾਇਆ। ਨਹੀਂ ਸਹੀ ਸੀ, ਉਹਦੀ ਨਬਜ਼ ਚੈੱਕ ਕਰਦਾ ਪਿਆ, ਉਹਨੂੰ ਕਦੀ ਇੱਧਰ ਹੱਥ ਲਾਂਦਾ, ਮੈਂ ਵੀ ਉਹਨੂੰ ਹੱਥ ਲਾਣੀ ਪਈ। ਮੈਂ ਉਹਦੇ ਮੂੰਹ 'ਚ ਪਾਣੀ ਗਰਮ ਜਲਦੀ ਨਹੀਂ ਪਾਇਆ। ਮੈਂ ਕਿਹਾ ਸ਼ਾਇਦ ਕੋਈ ਸਾਹ ਹੋਣ, ਹੋਰੇ ਕਹਿੰਦੇ ਪਏ ਨੇ ਸ਼ਾਇਦ ਇਹਦੇ ਸਾਹ ਹੋਣ ਕੋਈ, ਬਾਕੀ ਵਾਪਸ ਸ਼ਾਇਦ ਉੱਡ ਜੇ। ਮੈਂ ਕਿਹਾ ਪੁੱਤਰ ਉੱਡ ਜਾ, ਮੂੰਹ ਖੋਲ, ਪਾਣੀ ਪੀ ਲੈ। ਪਰ ਉਹਦੇ ਸਾਹ ਕੋਈ ਨਹੀਂ ਸੀ ਹੈਗੇ ਉਸ ਟਾਈਮ। नौजवान लड़की का उसके शोहर और उसकी सास ने किया मुबैना तौर पर भयानक कत्ल। ਮੇਰੀ ਧੀ ਨੂੰ ਇਹਨਾਂ ਫੰਦਾ ਦੇ ਕੇ ਮਾਰਿਆ ਸ਼ਕੀਲਾ ਬੀਬੀ ਨੇ, ਤੇ ਪੁੱਤਰ ਉਹਦੇ ਨੇ, ਉਹਦਾ ਸ਼ੌਹਰ ਹੈ ਤੇ ਉਹ ਉਹਦੀ ਸੱਸ ਵੇ। ਮਾਰਦੇ ਕਿਉਂ ਸਨ ਜ਼ਿਆਦਾ, ਕਿਸ ਗੱਲ ਤੋਂ? ਜਹੇਜ਼ ਤੋਂ ਤੂੰ ਇਹ ਚੀਜ਼ ਨਹੀਂ ਲੈ ਕੇ ਆਈ, ਤੂੰ ਇਹ ਚੀਜ਼ ਤੇ ਨਹੀਂ ਹਾਲੀ ਨਹੀਂ ਆਈ ਸਾਨੂੰ। ਪੱਖੇ ਨਾਲ ਲਟਕੀ ਸੀ ਇਸ ਤਰ੍ਹਾਂ ਬਿਲਕੁਲ, ਤੇ ਇਸ ਤਰ੍ਹਾਂ ਦੇ ਹੱਥ ਵੱਜੇ ਹੋਏ ਸੀ। ਮੈਂ ਖੁਦ ਦੇਖਿਆ ਇਹ ਜਗ੍ਹਾ ਤੇ ਤਾਰ ਖੁੱਬੀ ਹੋਈ ਹੈ, ਖੂਨ ਨਿਕਲਿਆ, ਅੰਦਰ ਵੀ ਖੂਨ ਦੇ ਕਤਰੇ ਡਿੱਗੇ ਹੋਏ ਸੀ। ਇਹ ਕਿਵੇਂ ਕਹਿਣ ਖੁਦਕਸ਼ੀ ਨਹੀਂ। ਇੱਥੇ ਨਿਸ਼ਾਨ ਸੀ ਬੱਚੀ ਦੇ ਬਾਜ਼ੂ ਤੇ ਸਨ, ਜਲੀ ਹੋਈ ਹੈ ਬੱਚੀ, ਇੱਥੇ ਤਾਰਾਂ ਖੁੱਬੀਆਂ ਹੋਈਆਂ, ਇਹ ਤਲੀ ਦੇ ਉੱਤੇ ਇਸਤਰੀ ਲੱਗੀ ਹੋਈ ਸੀ, ਨਿਸ਼ਾਨ है। जब गुसल दिया मैं भी उस वक्त करीब ही थी, मगर मोहल्लेदारों ने हमें पीछे कर दिया। कहते आप देख नहीं सकोगे, अगर देख लिया तो सो नहीं सकोगे, चैन नहीं आएगा। जहाँ ये कह रहे हैं कि फांसी ली उस बच्ची ने, वहाँ फांसी हो ही नहीं सकती। उसकी लंबाई हाइट ही इतनी नहीं कि बंदा खुद लमक जाए उधर। इस वक्त हमारे साथ उस मासूम लड़की की बहनें मौजूद हैं, उनसे हम बात करेंगे। और ये वो बेटियां हैं जो डरी हुई हैं, सहमी हुई हैं कि हमारी बहन के साथ क्या हो गया। और इतना बड़ा जुल्म करने वाला कोई और नहीं, अपने सगा ताया, सगे ताई की ताया का बेटा, और सगी ताई थी जो उस बच्ची की सास थी। पंजाबी दी कहावत कहते ने जी, अपने च व्याहना चाहिए, अपना मारेगा तो किधरे छावे सटेगा। खुदारा यहाँ पर तो अपने जानवरों से भी बदतर हो जाते हैं बाज़-औक़ात। बड़ा अफसोस हुआ जी हमें, आपकी बहन का इतना जो अभी यहाँ पर आकर हालात पता लगे हैं। आप उनसे छोटी हैं, उनसे बड़ी हैं? बड़ी उनसे। अच्छा, आप ये बताइए कि कोई भी ऐसा कोई आपको महसूस हुआ हो आपकी बहन के साथ इस तरह कोई जुल्म कर रहा है, कोई प्रॉब्लम है, कोई कभी उन्होंने आपको बताया हो? मेरे से असल में उसकी इतनी मुलाकात ही नहीं हुई। 2.5 साल में तकरीबन 3 या 4 बार हद हमारी मुलाकात हुई 2.5 साल ये जो में। शादी के 2.5 साल गुजरे जी। उससे पहले आपकी, उस दौरान आपकी सही मुलाकात नहीं हो पाई? नहीं। तो क्या आपको क्या लगता है, क्या इतना बड़ा जुल्म करने वाला किस तरह, क्या इन लोगों ने क्या किया आपकी बहन के साथ? इन्होंने जुल्म की इंतहा की है, बहुत ज़्यादा। आपकी जो बहन है वो कितनी छोटी थी आपसे? तकरीबन 1.5 साल छोटी थी मेरे से। 1.5-2 साल छोटी थी आपसे। अच्छा, आपके वालिद से हमारी बात हुई, वालदा से बात हुई, वो बता रही थी बड़ी मासूम सी थी वो। जी बिल्कुल, बहुत मासूम सी। उसने कभी किसी चीज़ की डिमांड ही नहीं की, उसको जो मिल जाता है वो हमेशा खुशी से उसने वही चीज़ रखी है। नाज़रीन, आप देख सकते हैं कि एक ऐसी बच्ची जो उसकी उम्र भी कितनी थी, उसके वालदा ने बताया 16-17 साल बेचारी की एज थी। मिन्नतें कर करके वो शादी करके लेके गए हैं। उसके बाद उस बच्ची को मेंटल टॉर्चर ये करते रहे, फिर फिजिकल टॉर्चर करते रहे। ये मामलात कब सुधरेंगे, यही सवाल आज के जुर्म बेनकाब में मैं उठा रहा हूँ। अच्छा, इस सारे वाक़े का आपको कब पता चला और क्या बताया गया आपको? मुझे तकरीबन 1:30 बजे फ़ोन आया, 1:30-2 बजे के करीब, कि जो मेरी बहन है वो इस तरह इंतकाल कर गई है। और हमें यकीन ही नहीं हुआ। हमने कहा ये अल्लाह करे ये खबर झूठी हो। हमने पहले पूरे ख़ानदान में फ़ोन किया, किसी को भी इस खबर का मालूम ही नहीं था।
फिर सब कहते हैं अच्छा हम मालूम करके आपको बताते हैं। फिर हमें आहिस्ता आहिस्ता फ़ोन मसूल हुए जी इंतकाल कर गई। फिर जब हम यहाँ पे आए हैं तो यहाँ पे उसकी मैयत पड़ी हुई थी, यहाँ पे उसकी चारपाई रखी हुई थी। हमें यही लगा कि वह कुदरतन जब उसकी थोड़े दिन पहले तबीयत ख़राब हुई है शायद उसकी वजह से कुछ हो गया हो। जब हमने आकर देखा तो उसके गले में बहुत ज़्यादा गहरा यहाँ पे निशान था, बिल्कुल नीला हो गया हुआ था। और भी तशद्दुद के ज़ख्म के निशान थे उनके? उस वक्त हमें इतनी होश ही नहीं रही। जब गुस्ल दिया मैं भी उस वक्त करीब ही थी, मगर सब मोहल्लेदारों ने हमें पीछे कर दिया। कहते आप देख नहीं सकोगे, अगर देख लिया तो आपकी सो नहीं सकोगे, चैन नहीं आएगा। आप बेटा छोटी हो उनसे? अच्छा, तो बहनें ज़ाहिर है आप माशाल्लाह बहनें आपस में वो सहेलियों की तरह होती हैं बहनें। अपनी बहन के हवाले से बेटा बताओ। वो बहुत अच्छी थी, हम तो जाते भी बहुत कम थे कि वो कुछ कहे ना मेरी बहन को, कि कहे ना कि तेरी भैन तो इत्थे ही आई रहिंदी है, अपने घर उन्होंने रहिंदी नहीं है भी, तेरे पीछे ना आंदी है। हम जाते भी इसलिए बहुत कम थे। बस कोई मौका मिले, मतलब कि ईद वगैरह पे या वैसे कोई मौका आना तब वगैरह जाते थे। तो कभी आप लोगों को ये नहीं लगा, घर साथ साथ थे, कि इतना बड़ा जुल्म कर रहे हैं या कुछ तरह का मामला, कभी आवाज़ आई हो? या जिस दिन ये वाक़या हुआ उस दिन आपको कोई आवाज़ आई हो? नहीं, उस दिन तो हमें कोई आवाज़ नहीं आई। उनके घर से आवाज़ें आती नीचे, सिर्फ उसकी सास की आवाज़ें आती थी जब वो उस पर चिल्लाती थी, तू काम नहीं सही कर दी, तू तेनों यह काम क्या तू ऐ तो कर ले, तू तेनों वो काम क्या तू वो तो कर ले। बस यही आवाज़ें आती थी। तो वो आके बेचारी बताती भी थी हमें, तो हम मामा कहती थी कि कोई बात नहीं है, काम ही नहीं कर ले, खैर। इस वक्त टीम जुर्म में नकाब मौजूद है उस मासूम बच्ची के जो हमसाए हैं ना, ख़वातीन, हमसाए ख़वातीन, उनके साथ। हमारी ऑफ द रिकॉर्ड भी इनसे बात हो रही थी। इन्होंने बताया जी कि इतने ये मजलूम लोग हैं और इतना शरीफ घराना है इनका, और इन्होंने वो उस बच्ची के हवाले से बता रहे कि वो मासूम थी, उस पर इतने जुल्म के पहाड़ तोड़े गए हैं। उनसे हम बात करते हैं कि वो इस अनहोनी के हवाले से क्या कहेंगे, हमसाई होने के नाते क्या बात करेंगे। जी आप बताइए कि जो ये आप जुल्म हुआ है इतना बड़ा, इस हवाले से आप क्या कहना चाहेंगे? हम क्या कह सकते हैं, हम तो खुद समझ नहीं आ रही क्या करें। अब 2 बजे हमें पता चला है। मेरा घर ना थोड़ा सा दूर है। मेरे बेटे ने जाके बताया मामा गुल्लू दी ना बेगम ने फांसी ले ली है। मैं उस वक्त ना दौड़ी आई आन के, मैं देखा सोफे ते लटाया इस साइड का ही, लंदन लत्तां कीतियां हुई हैं, इधर ਨੂੰ मूँह कीता है, अखां उहदियां फुल खुलियां हुई हैं। मैं आन के दोनों हाथ उहदियां अखां ते रख दित्ते ते ठंडी जा के मेरी सस ने बोलन लग पई, मैं भाई शकीला की कीता तू, भाई शकीला की जुल्म कीता है। एक नाल दी हमसाई उन्हें ना दुपट्टा उत्ते उतार दिता, इंज लगे जो गर्दन अलहदा है, गर्दन अलहदा लगी है मैंने। तो मैं गालियां निकालन लग पई। मैं भाई शकीला तो कीता कि ਉਹਦੀ गर्दन कट दी जे, किवें कट्टी है? आंदी मैनू नहीं पता, उन्हें फा लै लिया, उन्हें फा लै लिया। मैं भाजी वो फा लिया, ਉਹਦੀ ਜ਼ੁਬਾਨ ही बाहर आई, ਉਹਦੀ गर्दन ही लंबी हुई, ਉਹਦੇ हत्थां ते निशान ही होया की है। मैं बोली आई हाँ, उन्नी देर नूं ज़्यादा दुनिया इकट्ठी हो गई है। भाई गया आंदा मैं घर लै जाना, मैं भाएं रहन दो इत्थे पिया इनू। अच्छा, ਤੁਹਾਨੂੰ शक किस तरह आया है कि ਇਹ ਜ਼ੁਲਮ ਉਹਨਾਂ ਨੇ ਕੀਤਾ? ਇਹ ਜ਼ੁਲਮ ਇਸ ਤਰ੍ਹਾਂ ਸਾਨੂੰ ਸ਼ੱਕ ਹੋਇਆ ਕਿਉਂਕਿ ਜੇ ਯਕਦਮ ਗਰਦਨ ਤੇ ਫਾਂਸੀ ਲਈ 10-15 ਦੇ ਮਿੰਟ ਦਾ ਨਿਸ਼ਾਨ ਨਹੀਂ ਸੀ। ਸ਼ੱਕ ਇਸ ਤਰ੍ਹਾਂ ਹੁੰਦਾ, 2 फांसी पहले ही मैं देखी हुई, वो लड़के ने फांसी ली थी, उसकी जुबान लंबी बाहर आई थी, गर्दन ਉਹਦੀ लंबी हो गई सी, ठीक है। ਇਹਦੇ ਮੂੰਹ ਦੇ ਬਿਲਕੁਲ ਮੂੰਹ ਟੈਚ ਸੀ, ਅੱਖਾਂ ਖੁੱਲੀਆਂ ਹੋਈ ਸੀ, ਮੂੰਹ ਟੈਚ ਸੀ, ਲੇਕਿਨ गर्दन ਨਾਲ ਮਿਲੀ ਹੋਈ ਸੀ। ਇਹ ਨਾਲਾ ਨਹੀਂ ਸੀ, ਇਹ ਤਾਰ ਹੈ, ਅੱਛਾ ਬਰੀਕ ਤਾਰ ਹੈ। क्योंकि पुलिस ने भी कहा यह तार नाला नहीं, जो नाला पुलिस ने दिता गया वो लचक होनी, ये गले च खून निकलिया बच्ची दे। मैं खुद देखिया यह जगह ते तार खुबी हुई है, खून निकलिया, अंदर भी खून के कतरे डिगे हुए सी। ये किवें कहन खुदकशी नहीं, जिसम दे निशान हैं सर मार? हाँ जी, क्योंकि गुस्सा भी मैं दिता, तशद्दुद दे भी निशान हैं, तशद्दुद ने हाथ बन्ने सी, वो मेरी रस्सियां दे बट्टा सी फोत हो गई और शायद वो निशान पै गए ने। हाँ जी, वजू दिता मैं, इत्थे निशान सी बच्ची दे बाजू ते सन, जली हुई है बच्ची, इत्थे तारा खुबियां हुई हैं, इस तली दे उत्ते इस्त्री लगी हुई सी, निशान है।
ਮੈਂ ਖੁਦ ਦੇਖਿਆ। ਫਿਰ ਇਹ ਪੈਰ ਦੇ ਉੱਤੇ ਸੀ, ਪੈਰ ਦੇ ਉੱਤੇ ਅੰਗੂਠੇ ਦੇ ਤਾਰ ਖੁੱਬੀ ਹੈ, ਵਿਚਕਾਰੀ ਉਂਗਲ 'ਚ ਤਾਰ ਖੁੱਬੀ ਹੈ, ਇੱਕ ਇਹ ਸਾਈਡ ਤੇ ਪੈਰ ਦੇ ਉੱਤੇ ਇੰਨੀ ਜਗ੍ਹਾ ਤੇ ਚੀਰਾ ਆਇਆ, ਪਤਾ ਨਹੀਂ ਬਲੇਡ ਫਿਰਿਆ ਜਾਂ ਤੜਫਦੀ ਸੀ ਉਹਨੂੰ ਚੂੜੀ ਤੋਂ ਫਿਰ ਗਈ ਹੈ। ਬੇਦਰਦੀ ਨਾਲ ਮਾਰਦੇ ਰਹੇ ਹਾਂਜੀ, ਜਦ ਮੈਂ ਪਜਾਮਾ ਉਹਨੂੰ ਪਾਉਣ ਲੱਗੀ ਆ ਉਦੋਂ ਮੇਰੇ ਵੇਖਣ ਦੇ ਕਾਬਲ ਨਹੀਂ ਸੀ ਰਹਿ ਗਈ। ਮੈਂ ਖੁਦ ਬਾਜੀ ਵਾਰੀ ਕੋਲ ਸਾਂ, ਮੈਂ ਉਨੀ ਦੇਰ ਜਾ ਕੇ ਡਿੱਗੀ ਆ, ਮੇਰਾ ਗੁੱਟ ਜਿਹੜਾ ਨਿਕਲ ਗਿਆ ਸੀ। ਇੰਨੀ ਬੇਦਰਦੀ ਨਾਲ ਮੈਂ ਡਿੱਗੀ ਆ, ਕੋਈ ਔਰਤ ਨੂੰ ਹੱਥ ਨਹੀਂ ਸੀ ਬੱਚੀ ਨੂੰ ਲਾਉਣ ਦੀ ਪਜਾਮਾ ਪਾਉਣ ਵਾਸਤੇ। ਮੈਂ ਪਾਈਆਂ ਲੇਕਿਨ ਗੋਡਿਆਂ ਦੇ ਉੱਤੇ ਉਹਦੀਆਂ ਲੱਤਾਂ ਵੇਖਣ ਦੇ ਕਾਬਲ ਨਹੀਂ। ਸ਼ਾਇਦ ਲਟਾ ਕੇ ਜੋ ਉਹਨਾਂ ਫਾਂਸੀ ਦਿੱਤੀ ਹੈ, ਲੱਤਾਂ ਉਹਨਾਂ ਦਬਾਈਆਂ ਨੇ, ਖੂਨ ਉੱਥੇ ਦਾ ਉੱਥੇ ਰੁਕ ਗਿਆ। ਇਹ ਹੁਣ ਪੁਲਿਸ ਨੇ ਵੀ ਤਾਵਨ ਕਰੀ, ਪੁਲਿਸ ਨੇ ਖੁਦ ਆਣ ਕੇ ਇੱਥੇ ਸਾਰੇ ਸਾਹਮਣੇ ਦੇਖਿਆ, ਜੋ ਬਾਹਰ ਬੱਚੀ ਦੇ ਬਾਜ਼ੂਆਂ ਤੋਂ ਕੱਪੜਾ ਜਿਹਾ ਨਿਸ਼ਾਨ ਪਏ ਨੇ, ਨੀਲ ਪਏ ਨੇ, ਤਾਰਾ ਖੁੱਬੀਆਂ ਨੇ, ਤਸ਼ੱਦਦ ਹੋਇਆ। ਇਹ ਪੁਲਿਸ ਨੂੰ ਵੀ ਪਤਾ ਤਸ਼ੱਦਦ ਹੋਇਆ, ਲੇਕਿਨ ਪੁਲਿਸ ਉਹਨਾਂ ਨੇ ਐਸੇ ਤਰ੍ਹਾਂ ਨਾ ਕਰੇ। ਹੁਣ ਪੁਲਿਸ ਨੂੰ ਚਾਹੀਦਾ ਸਾਡੇ ਨਾਲ ਇਨਸਾਫ ਕਰੇ। ਇੱਥੇ ਕਿਹਾ ਸੀ ਤਾਵਨ ਕਰਾਂਗੇ, ਤਾਵਨ ਕਰਾਂਗੇ, ਹੁਣ ਉਹਨਾਂ ਨੇ ਖੁੱਲ੍ਹਾ ਕਿਉਂ ਛੱਡਿਆ ਹੋਇਆ? ਉਹ ਰਿਪੋਰਟ ਦਾ ਇੰਤਜ਼ਾਰ ਕਰਦੇ, ਉਹ 2 ਦਿਨ, 1 ਦਿਨ 'ਚ 1 ਘੰਟੇ 'ਚ ਮਨਵਾ ਸਕਦੇ ਨੇ, ਉਹ ਬੋਲ ਸਕਦੇ ਨੇ। ਨਜ਼ਰ ਆ ਰਿਹਾ ਤਸ਼ੱਦਦ ਹੋਇਆ, ਨਜ਼ਰ ਤੇ ਆ ਰਿਹਾ। ਤੇ ਉਹਨਾਂ ਤੇ ਤਸ਼ੱਦਦ ਕਿਉਂ ਨਹੀਂ ਹੋ ਰਿਹਾ? ਜਿਸ ਤਰ੍ਹਾਂ ਬੱਚੀ ਤੇ ਤਸ਼ੱਦਦ ਹੋਇਆ, ਉਹਦੇ ਤੇ ਕਿਤੇ ਤਸ਼ੱਦਦ ਹੁੰਦਾ? ਸਾਡੀਆਂ ਵੀ ਬੱਚੀਆਂ ਨੇ, ਅਸਾਂ ਵੀ ਬਿਆਨੀਆਂ, ਸਾਡੀਆਂ ਬੱਚੀਆਂ ਖੁਦ ਦੇਖ ਕੇ ਕਹਿ ਰਹੀਆਂ ਮਾਮਾ ਹਮਨੇ ਸ਼ਾਦੀ ਨਹੀਂ ਕਰਨੀ, ਅਸਾਂ ਸ਼ਾਦੀ ਨਹੀਂ ਕਰਨੀ। ਮੇਰੀਆਂ ਬੱਚੀਆਂ 2 ਨੇ, ਖੁਦ ਕਹਿ ਰਹੀਆਂ ਮਾਮਾ ਸਾਡੀ ਸ਼ਾਦੀ ਨਾ ਕਰਿਓ ਜੀ, ਅਸਾਂ ਸ਼ਾਦੀ ਨਹੀਂ ਕਰਨੀ। ਸਾਰੇ ਮਹੱਲੇ ਦੀਆਂ ਬਿਮਾਰ ਬੱਚੀਆਂ ਭਾਈ ਪਈਆਂ ਇਸ ਵਾਕਿਆ ਦੇ ਬਾਅਦ। ਹਾਂਜੀ, ਅਸੀਂ ਸਾਰੇ ਕੰਧ ਨਾਲ ਕੰਧ 2.5 ਸਾਲਾਂ ਦੇ ਵਿੱਚ ਮੈਂ ਵੀ ਛੱਤ ਤੇ ਚੜ੍ਹਦੀ ਸਾਂ, ਪਰ ਬੀਬਾ ਨੂੰ ਹੁਕਮ ਨਹੀਂ ਸੀ ਕਿ ਕਦੀ ਮੇਰੇ ਨਾਲ ਗੱਲ ਹੀ ਕਰ ਲੈ ਜਾਂ ਮੈਨੂੰ ਸ਼ਕਲ ਵਿਖਾ ਲਵੇ। ਪਰ ਜਦੋਂ ਕਿਤੇ ਮੋਟਰਸਾਈਕਲ ਤੇ ਲੈ ਕੇ ਲੰਘਦੇ ਸੀ ਨਾ, ਅੱਖਾਂ ਕਾਲੀਆਂ ਹੁੰਦੀਆਂ ਸੀ। ਮੈਂ ਆਂਦੀ ਸੀ ਇਹਨੂੰ ਸਕੂਨ ਨਹੀਂ ਹੈਗਾ, ਕਿਉਂ ਵਿੱਚ ਸੋਖ ਹੋਵੇ ਨਾ ਤੇ ਮੂੰਹ ਤੇ ਕੋਈ ਰੌਣਕ ਹੁੰਦੀ ਏ। ਕਦੀ ਸਰਫ ਦਾ ਰੋਲਾ ਜਿਹਦਾ ਨਾਲ ਫੌਤਗੀ ਇਹਨਾਂ ਕੀਤੀ ਏ। ਮੇਰੀ ਛੋਟਾ ਜਿਹਾ ਸਾਡੇ ਘਰ ਮਹਿਮਾਨ ਆਇਆ ਸੀ, ਮੇਰਾ ਭਤੀਜਾ, ਉਹ ਮੈਨੂੰ ਭੱਜ ਕੇ ਜਾ ਕੇ ਕਹਿੰਦਾ ਫੁੱਫੋ ਆ ਨਾਲ ਦੇ ਘਰ ਬੜਾ ਰੋਲਾ ਪੈਣ ਡਿਆ, ਨਾਲ ਦੇ ਘਰ ਬੜਾ ਰੋਲਾ ਪੈਣ ਡਿਆ। ਮੈਂ ਕਿਹਾ ਕਿਉਂ? ਆਂਦਾ ਪਤਾ ਨਹੀਂ ਲੜਾਈ ਹੁੰਦੀ ਪਈ ਏ। ਤੇ ਥੋੜੀ ਦੇਰ ਕੇ ਕਿੰਨੀ ਦੇਰ ਬਾਅਦ ਗਏ ਨਾ, ਗੇਟ ਨਹੀਂ ਖੋਲਿਆ, ਗੇਟ ਮਾਰੀ ਰੱਖਿਆ। ਇਹਨਾਂ ਕੁੜੀ ਨੂੰ ਬਿਲੇ ਲਾਇਆ, ਪਤਾ ਨਹੀਂ ਸਾਨੂੰ ਕਿਹੜੇ ਟਾਈਮ ਦੀ ਲਾਇਆ ਨੇ, ਪਰ ਉਹਨਾਂ ਮਾਂ ਪੁੱਤਰਾਂ ਨੂੰ ਕੋਈ ਟੈਨਸ਼ਨ ਨਹੀਂ ਆਈ। ਚਾਚੀ ਨੇ ਜਾ ਕੇ ਕਿਹਾ ਹੈ ਕਿ ਪੁੱਤਰ ਤੂੰ ਪੁੱਤਰ ਬਣਿਆ। ਉਹਨੇ ਆਖਿਆ ਅੱਜ ਵੀ ਮੈਂ ਪੁੱਤਰ ਮਾਂ ਦਾ ਤੇ ਕੱਲ ਵੀ ਮੈਂ ਮਾਂ ਦਾ। नौजवान लड़की का उसके शोहर और उसकी सास ने किया मुबैना तौर पर भयानक कत्ल। ਮੇਰੀ ਧੀ ਨੂੰ ਇਹਨਾਂ ਫੰਦਾ ਦੇ ਕੇ ਮਾਰਿਆ ਸ਼ਕੀਲਾ ਬੀਬੀ ਨੇ, ਤੇ ਪੁੱਤਰ ਉਹਦੇ ਨੇ, ਉਹਦਾ ਸ਼ੌਹਰ ਹੈ ਤੇ ਉਹ ਉਹਦੀ ਸੱਸ ਵੇ। ਮਾਰਦੇ ਕਿਉਂ ਸਨ ਜ਼ਿਆਦਾ, ਕਿਸ ਗੱਲ ਤੋਂ? ਜਹੇਜ਼ ਤੋਂ ਤੂੰ ਇਹ ਚੀਜ਼ ਨਹੀਂ ਲੈ ਕੇ ਆਈ, ਤੂੰ ਇਹ ਚੀਜ਼ ਤੇਰੀ ਹਾਲੀ ਨਹੀਂ ਆਈ ਸਾਨੂੰ। ਪੱਖੇ ਨਾਲ ਲਟਕੀ ਸੀ ਇਸ ਤਰ੍ਹਾਂ ਬਿਲਕੁਲ, ਤੇ ਇਸ ਤਰ੍ਹਾਂ ਦੇ ਹੱਥ ਬੱਜੇ ਹੋਏ ਸੀ। ਮੈਂ ਖੁਦ ਦੇਖਿਆ, ਇਹ ਜਗ੍ਹਾ ਤੇ ਤਾਰ ਖੁੱਬੀ ਹੋਈ ਹੈ, ਖੂਨ ਨਿਕਲਿਆ, ਅੰਦਰ ਵੀ ਖੂਨ ਦੇ ਕਤਰੇ ਡਿੱਗੇ ਹੋਏ ਸੀ। ਇਹ ਕਿਵੇਂ ਕਹਿਣ ਖੁਦਕਸ਼ੀ ਨਹੀਂ? ਇੱਥੇ ਨਿਸ਼ਾਨ ਸੀ ਬੱਚੀ ਦੇ ਬਾਜ਼ੂ ਤੇ ਸਨ, ਜਲੀ ਹੋਈ ਹੈ ਬੱਚੀ, ਇੱਥੇ ਤਾਰਾਂ ਖੁੱਬੀਆਂ ਹੋਈਆਂ, ਇਹ ਤਲੀ ਦੇ ਉੱਤੇ ਇਸਤਰੀ ਲੱਗੀ ਹੋਈ ਸੀ, ਨਿਸ਼ਾਨ है। जब गुसल दिया मैं भी उस वक्त करीब ही थी, मगर मोहल्लेदारों ने हमें पीछे कर दिया। कहते आप देख नहीं सकोगे, अगर देख लिया तो सो नहीं सकोगे, चैन नहीं आएगा। जहाँ ये कह रहे हैं कि फांसी ली उस बच्ची ने, वहाँ फांसी हो ही नहीं सकती। उसकी लंबाई हाइट ही इतनी नहीं कि बंदा खुद लमक जाए उधर। इसलिए हमारे साथ इस इलाके के लोग मौजूद हैं, वो सब इस बच्ची के साथ होने वाले जुल्म को अपना दर्द महसूस समझकर जो है वो चाह रहे हैं कि इंसाफ मिले। जो जुल्म हुआ है ये साथ ये का अपना घर, अपना मैका, और इस साथ साथ होने के बावजूद वो जो जुल्म किए हैं, जो उस बच्ची के वालिदैन ने बताया है, उससे यकीन माने दिल खून के आंसू होता है। इलाके के लोगों से हम बात करते हैं। जी सर, क्या कहेंगे आप ये सारे वाक़े के हवाले से? ये कैसा मामला था इस लड़के का? ये इसकी पहले भी शादी हुई थी, ठीक है। वो लड़की सिर्फ 2 माह इधर रही है, ठीक है। रात 12-1 बजे वो भी इधर से भाग के गई है, उसे भी ये मारने लगे थे। अच्छा, ठीक उस है। लड़की पे भी तशद्दुद थे, 2 महीने शादी रही, वो चल गई, वो चला गई। ठीक है। फिर उसने इधर रिश्ता किया, ठीक, इन्होंने अपनी बेटी दे दी। 1-2 माह ठीक रहे, बाद उस पर तशद्दुद करते रहे, कभी रोटी देना कभी ना देना, ठीक है। जो इससे पहले ना 15-20 दिन पहले ना मनामे हॉस्पिटल में मेरा ताया था, वो बीमार थे, मैं उन्हें लेके गया था रात 2 बजे, ठीक है। इन्होंने उस पर तशद्दुद किया, उसका बच्चा ज़ाया हो गया, ठीक है। जो बेचारी मकतूला लड़की है, हाँ जी, जो भी हुई, ये कह रहे हैं कि खुदकुशी की है। ये इसका जो खावंद है ना उधर छोड़ के भाग आया है, ठीक है।
लड़की की माँ ने उधर उससे संभाला है। डॉक्टर पूछते रहे कि इसका खामद किधर है, वो कह रहे छोड़ के चले गया। ठीक है, उधर भी ये फेस नहीं कर सका। ठीक है, ये कहते हैं ये उसने खुशी खुशी ना खुदकुशी की है। ना वो पागल है, ना वो पढ़ी लिखी बच्ची थी। ठीक है, यही उसने ये खुदकुशी कर ली। खुदकुशी किसकी वजह से खुदकुशी की? वो पहले भी नहीं ठीक, ये भी नहीं ठीक। जो तशवीशी है वो बात ही नहीं सुनता। पुलिस की तफ्तीश के हवाले से क्या आप क्या वो क्या सब्र को जिनकी बेटी मरी उनकी वो सो नहीं रहे, हम सो नहीं रहे, दिन रात ऐसे इधर कभी उधर कभी उधर पुलिस की कभी। तफ्तीश सही नहीं कर रही? वो कोई तशवीश कोई सही नहीं, तफ्तीश सही नहीं हो रही। नहीं हो रही। तो क्या कहते हैं पुलिस? कहते हैं तो क्या कहती है पुलिस? पुलिस ने क्या कहना है, वो उनकी साइड ही ले रहे हैं। अच्छा, वो यही कह रहे हैं कि अभी वो डिमांड आएंगे, फिर इसकी मतलब कि फ्रांस से रिपोर्ट आएगी, फिर इनकी करेंगे। वो 90 दिन लग जाएंगे उनको। जहाँ ये कह रहे हैं कि फांसी ली उस बच्ची ने, वहाँ फांसी हो ही नहीं सकती। उसकी लंबाई हाइट ही इतनी नहीं कि बंदा खुद लमक जाए उधर। ठीक है, ये सारा इन्होंने तशद्दुद किया। उसका गले का देखिए कि इतना बारीक निशान है कि आप सोच भी नहीं सकते। वो एक बारीक सी तार से ना उसका गला दबाया है। ठीक, इतना बारीक निशान है कि इधर कोई पिक्चर होगी तो हम आपको दे देंगे कि इतना बारीक निशान है कि कहते हैं ये फांसी ली। फांसी का तो चलो निशान मोटा आता है, वो बारीक जैसे है ना अंदर डोर फिर गई है उसके अंदर। ठीक है, इस इतना बड़ा इन्होंने जुल्म किया। मैं CCPO लाहौर से, IG पंजाब से, चीफ जस्टिस और इमरान खान से मेरी बहुत उनसे उम्मीद है कि इनको इंसाफ दिलाएं। ठीक है, लेकिन ये पुलिस वाले जो तशवीशी है ना, इसमें हमारा यकीन ख़त्म होकर ये जी मुकामी तो जो थाने की पुलिस की तफ्तीश से इलाके के लोग भी, बच्चे के रिश्तेदार भी, बच्चे के वालिदैन भी वो मुतमईन नहीं हैं। वही गुजारिश करें CCPO साहब IG पंजाब उनसे जी इस केस की तफ्तीश सही होनी चाहिए, पुलिस कल्चर बदलना चाहिए, पुलिस का जो मामलात बेहतर होने चाहिए। हम भी यही चाहते हैं। हम बड़े धड़ल्ले से हम बताएं जी कि यहाँ पर सही तफ्तीश हुई है और मजलूम को इंसाफ मिला और जालिम को सज़ा मिली है। आखिरी बार उसने कभी ये नहीं बताया आपको कि मेरे पे वो मार रहे हैं, मुझ पर जुल्म कर रहे हैं? कभी ऐसा पता लग उसने आके उसकी मौत से पहले उसने कुछ आके इशारा दिया हो? या वो कब आती थी घर अपने माँ बाप को? ਜਿਹੜੀ ਸਨ ਨਾ 28ਵੇਂ ਰੋਜ਼ੇ ਉਹਦੀ ਮਾਂ ਨੇ ਬਹਿਣਾ ਸੀ ਤਕਾਬ ਤੇ ਉਹ ਇਤਕਾਬ ਤੇ ਬਹਿਣ ਲੱਗੀ ਹੈ ਤੇ ਉਦਣ ਵੀ ਮੇਰੀ ਧੀ ਨੂੰ ਮਾਰਿਆ ਸੀ 28ਵੇਂ ਰੋਜ਼ੇ रोजे की हालत में थी वो? हाँ जी। और उस खामद ने मारा है कि उसकी सास ने मारा है? ਮੈਂ ਉਹੀ ਤਾਂ ਤੁਹਾਨੂੰ ਦੱਸਣ ਲੱਗਾ, ਉਹਨੇ ਆਪ ਪਹਿਲੇ ਮਾਰਿਆ ਭੌਂ ਕੇ ਰਾਤ ਨੂੰ ਉਹਦਾ ਪੁੱਤਰ ਆਇਆ ਹੈ, ਉਹਨੂੰ ਉਹਨੇ ਸ਼ਿਕਾਇਤ ਲਾਈ ਉਹਦੇ ਅੱਗੇ ਤੇ ਫਿਰ ਉਹਨੇ ਵੀ ਮਾਰਿਆ ਉਹਨੂੰ। बेटी ਦਾ ਕਦੀ ਇਹ ਨਹੀਂ ਆਇਆ ਕਿ ਅੱਬਾ ਜੀ ਮੈਨੂੰ ਉਹਨੇ ਬਚਾ ਮੇਰੀ ਲਓ? ਬੇਟੀ ਨੂੰ ਹਜੇ ਤੀਕਰ ਆਪਣੇ ਘਰ ਦੇ ਨਹੀਂ ਸਨ ਕੱਪੜੇ ਦਿੱਤੇ। ਮੈਂ ਮੇਰੀ ਬੇਟੀ ਮੇਰੇ ਘਰ ਦੇ ਕੱਪੜੇ ਹਜੇ 2.5 ਸਾਲ ਹੋਏ ਉਹਨਾਂ ਦੇ ਘਰ, 2.5 ਸਾਲਾਂ 'ਚ ਉਹਨਾਂ ਨੇ ਆਪਣੀ ਮੇਰੀ ਧੀ ਨੂੰ ਕੱਪੜੇ ਨਹੀਂ ਮੇਰੇ ਆਪਣੇ ਦਿੱਤੇ। ਮੇਰੇ ਘਰੋਂ ਸਿਲਾਈ ਆਉਂਦੀ ਸੀ, ਮਾਂ ਮੈਨੂੰ ਆਹ ਸੂਟ ਦੇ ਦੀ, ਮਾਂ ਮੈਨੂੰ ਆਹ ਸੂਟ ਦੇ ਦੀ। ਉਹਨੂੰ ਗਰਮੀਆਂ ਦੇ ਵੀ ਦੇਣੇ ਨੇ ਤੇ ਗਰਮੀਆਂ ਆਈਆਂ ਤੇ ਗਰਮੀਆਂ ਦੇ ਦੇਣੇ, ਸਰਦੀਆਂ ਆਈਆਂ ਸਰਦੀਆਂ ਦੇ ਦਿੰਦੇ ਸਾਂ। ਮੇਰੇ ਘਰੋਂ ਹੀ ਸੂਟ ਬਣੇ, ਪੋਤਰੇ ਨੂੰ ਵੀ ਬਣਾ ਕੇ ਦਿੰਦੇ ਰਹੇ ਆ, ਦੋਤਰੇ ਨੂੰ ਮੈਂ ਆਪਣੇ ਨੂੰ। ਦੋਤਰਾ ਜਿਹੜਾ ਤੁਹਾਡਾ? ਹਾਂਜੀ। ਤੇ ਮੈਂ ਇਨਸਾਫ ਚਾਹੁੰਦਾ ਵਾਂ। ਮੇਰੀ ਧੀ ਨਾਲ ਇਹਨਾਂ ਜ਼ੁਲਮ ਕੀਤਾ ਤੇ ਮੇਰੀ ਧੀ ਨੂੰ ਇਹਨਾਂ ਫੰਦਾ ਦੇ ਕੇ ਮਾਰਿਆ। ਕਿਨੇ? ਇਹਦੀ ਸੱਸ ਨੇ, ਕੁੜੀ ਦੀ ਨੇ, ਸ਼ਕੀਲਾ ਬੀਬੀ ਨੇ ਤੇ ਪੁੱਤਰ ਉਹਦੇ ਨੇ। ਇਹਨਾਂ ਦੋਵਾਂ ਦਾ ਵਕੂਆ ਹੈ। ਤੁਹਾਡੀ ਬੇਟੀ ਦੇ ਕੀ ਲੱਗਦੇ ਨੇ ਦੋਵੇਂ? ਦੋਵੇਂ ਉਹਦਾ ਸ਼ੌਹਰ ਹੈ ਤੇ ਉਹ ਉਹਦੀ ਸੱਸ ਵੇ। ਇਹਨਾਂ ਦੋਵਾਂ ਨੇ ਕੀ ਤਾਈ ਕੀਤਾ? ਵੀ ਉਸ ਤਰ੍ਹਾਂ ਲੱਗਦੀ ਜੀ ਉਹਦੀ। ਇਹਨਾਂ ਦੋਵਾਂ ਨੇ ਮਿਲ ਕੇ ਮਾਰਿਆ? ਹਾਂਜੀ, ਇਹਨਾਂ ਦੋਵਾਂ ਨੇ ਮਾਰਿਆ। ਤੇ ਕਿਸ ਤਰ੍ਹਾਂ ਫੰਦਾ ਦੇ ਕੇ ਮਾਰਿਆ? ਫੰਦਾ ਦੇ ਕੇ ਮਾਰਿਆ। ਤੇ ਬਾਅਦ ਵਿੱਚ ਫਿਰ ਕੀ ਕੀਤਾ ਨੇ? ਫਿਰ ਡਰਾਮਾ ਬਣਾਇਆ ਸਾਰਾ। ਤਾਂ ਉਹ ਬੇਗਮ ਮੇਰੀ ਦੱਸੇਗੀ ਜਿਹਦੇ ਨਾਲ ਜਿੰਨੇ ਸਦਕੇ ਲਗਾਏ ਨੇ ਤੇ ਇਹ ਸਾਰਾ ਉਹਨਾਂ ਮੇਰੇ ਸਾਹਮਣੇ ਡਰਾਮਾ ਬਣਾਇਆ। ਤੇ ਲੇਕਿਨ ਮੈਂ ਆਲਾ ਹਕਾਮ ਅੱਗੇ ਦਰਖਾਸਤ ਕਰਨਾ ਵਾਂ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ, ਮੈਰਿਟ ਤੇ ਇਨਸਾਫ ਮਿਲੇ ਮੈਨੂੰ। ये वो इश्यूज हैं जो सामने आ जाते हैं। इस वक्त न जाने और कितनी हवा की बेटियां ऐसे जालिमों के चुंगल में फंसी हुई हैं। खुदा रा रहम करें। पहले तो उस बच्ची को बड़े प्यार से ले गए शादी के लिए, लेकिन उसके बाद उसी को जहेज के ताने, काम न आने के ताने। जब बेटियों को ब्याह कर लेके जाते हैं तब भी उनको बेटी समझें। ये जो बहुएं होती हैं किसी की बेटी मत समझें।
उसको समझे वो आपकी बेटी है। और सास बहू और बहू सास के ये झगड़े हैं, खुदारा इनको ख़त्म करें। बहुएं अपनी जो सास को माँ समझे और सास अपनी बहू को अपनी बेटी समझे। ये जी एक उस बाप की ये दरख्वास्त है जिसकी वो कहते हैं ना, बेटियां तो जिगर का टुकड़ा होती हैं वालिदैन की, जिसकी एक मासूम बेटी को इतनी बेदर्दी से बकौल उस बच्ची के वालिद के और वालदा के कत्ल कर दिया गया और बाद में ड्रामा रचाया गया। तो इनकी यही गुजारिश है कि इस केस की तफ्तीश हो और हकायक जो सामने आए, और अगर उसका शोहर और उसकी सास अगर साबित होता है जुर्मवार हैं तो उनको कानून के मुताबिक कड़ी से कड़ी सजा दी जाए, ताकि कोई कभी भी किसी भी बाप की बेटी, माँ की बेटी पे इतना जुल्म ना कर सके और कभी किसी हवा की बेटी पर इस तरह कयामत ना टूटे।